पलियां तुहाडे पईयां सीगीयां, बरसात आउंदी आ, ठंड आउंदी आ, बच्चे हो, परिवार है, कदे ना कदे मुसीबत हुंदी सी, जहन च की हुंदा सीगा, की सोचदे सीगे? ਤਾਂ ਸਾਡਾ ਵੀ ਮਕਾਨ ਕਦੇ ਤਿਆਰ ਹੋਊਗਾ ਬਈ ਜਾਂ ਇਦਾਂ ਹੀ ਰਹੂਗਾ ਬਈ ਜਦੋਂ ਮਹਾਂਪੁਰਸ਼ਾਂ ਕੋਲ ਮਤਲਬ ਗਏ ਅਸੀਂ ਤਾਂ ਉਹਨਾਂ ਦੀ ਰਹਿਮਤ ਸਦਕਾ ਹੀ ਸਾਡਾ ਇਹ ਜਿਹੜਾ ਮਕਾਨ ਆ ਇਹ ਤਿਆਰ ਹੋ ਰਿਹਾ। प्रधानमंत्री आवास योजना चलती भी है पर लोगों तक पहुँचती है, गरीबों तक पहुँचती है कि नहीं पहुँचती, नहीं पहुँचती जी, नहीं पहुँच रही। ਇਹੋ ਜਿਹੀਆਂ ਸੰਸਥਾਵਾਂ ਹੋਰ ਵੀ ਚੱਲਦੀਆਂ ਰਹਿਣ, ਸੇਵਾਵਾਂ ਚੱਲਦੀਆਂ ਰਹਿਣ ਤਾਂ ਇਹ देर सवेर बाबा सुनता है। ਦੇਰ ਸਵੇਰ ਦੀ ਕੀ ਗੱਲ ਕਰੀਏ, ਮਿੰਟ ਮਿੰਟ ਬਾਅਦ ਸਕਿੰਟ ਬਾਅਦ ਸੁਣਦੇ। ਪਲ ਪਲ ਵਿੱਚ ਸਾਡੀ ਮਜਬੂਰੀ ਸਮਝ ਰਹੇ ਨੇ ਮਹਾਰਾਜ ਜੀ, ਪਰ ਅਸੀਂ ਇਹਨਾਂ ਦੇ ਦੇਣ ਕਦੇ ਵੀ ਦੇ ਨਹੀਂ ਸਕਦੇ ਜ਼ਿੰਦਗੀ ਵਿੱਚ। पंच ना कदे गल हुंदी सी कि पिंड की भी साडी सुनो, साडा लिखे कोई लिख के दिता है सरकार नूं कि साडे कोल मकान नहीं है? ਪਹਿਲੇ 5 ਸਾਲਾਂ ਦੇ ਵਿੱਚ ਵੀ ਮਤਲਬ ਸਾਡੇ ਫਾਰਮ ਭਰੇ ਗਏ ਸੀ ਪਰ ਉਹ ਕਿਸੇ ਕਾਰਨ ਵੀ ਮਤਲਬ ਉਹ ਨਹੀਂ ਹੋ ਪਾਇਆ। समाज सेवी तुसी लोग लीड ऑफ फ्रंट कर रहे हो, ये जिम्मेवारी सरकार दी हुंदी है जो तुसी निभा रहे हो। देखो जी, जे सरकारां ਇਹ ਸਾਰਾ ਕੁਝ ਕਰਨ ਫਿਰ ਤਾਂ ਸਾਨੂੰ ਐਡਾ ਕੁਝ ਕਰਨ ਦੀ ਲੋੜ ਹੀ ਨਹੀਂ ਹੈਗੀ। ਚਲੋ ਵਾਹਿਗੁਰੂ ਨੇ ਸਾਤੋਂ ਸੇਵਾ ਲੈਣੀ ਸੀਗੀ। ਅਸੀਂ ਇੱਕ ਮਿਸ਼ਨ ਬਣਾ ਲਿਆ ਵੀ ਅਸੀਂ 6 ਮਹੀਨਿਆਂ ਦੇ ਵਿੱਚ 2 ਮਕਾਨ, ਜ਼ਿਆਦਾ ਤਾਂ ਨਹੀਂ ਕਰ ਸਕਦੇ ਕਿਉਂਕਿ ਅਸੀਂ ਕਿਸੇ ਤੋਂ ਡੋਨੇਸ਼ਨ ਨਹੀਂ ਲੈਂਦੇ। ਜਿਹੜੇ ਲੋਕ ਵੋਟਾਂ ਲੈਣ ਆਉਂਦੇ ਨੇ, ਚਾਹੇ ਉਹ ਲੋਅਰ ਲੈਵਲ ਤੇ ਹੋਣ, ਸਰਪੰਚ ਹੋਣ, ਪੰਚ ਹੋਣ, ਐਮਐਲਏ ਹੋਣ, ਮੁੱਖ ਮੰਤਰੀ ਹੋਣ, ਕਿਉਂ ਨਹੀਂ ਸੋਚਿਆ ਜਾਂਦਾ ਕਿਉਂਕਿ 21ਵੀਂ ਸਦੀ ਚੱਲ ਰਹੇ ਅਸੀਂ। ਨਹੀਂ ਦੇਖੋ, ਉਹ ਹੁਣ ਉਹਨਾਂ ਦਾ ਕੰਮ ਆ। ਜੇ ਉਹ 15 ਦਿਨਾਂ ਵਿੱਚ ਪੂਰਾ ਪੰਜਾਬ ਕੱਢ ਸਕਦੇ ਆ ਫਿਰ 5 ਸਾਲਾਂ ਦੇ ਵਿੱਚ ਉਹਨਾਂ ਨੂੰ ਸਾਡੇ ਘਰ ਪਿੰਡ ਕਿਉਂ ਨਹੀਂ ਦਿਖਦੇ? ਲੋੜ ਹੈ ਕਿ ਹੁਣ ਮੰਦਿਰ ਔਰ ਗੁਰਦੁਆਰੇ ਉਸਾਰਨ ਦੀ ਜ਼ਰੂਰਤ ਹੈ ਹਾਲੇ ਵੀ। ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਕਰਨਾ ਹੈ, ਭਾਵੇਂ ਉਹ ਥੋੜੀ ਜਗ੍ਹਾ 'ਚ ਹੋਵੇ, ਉਹ ਤਾਂ ਸ਼ਹਿਨਸ਼ਾਹ ਹੈ। ਉਹ ਤਾਂ ਝੁੱਗੀ 'ਚ ਵੀ ਉਨਾ ਹੀ ਫੱਬਦੇ ਆ, ਉਹ ਮਹਿਲਾਂ ਵਿੱਚ ਵੀ ਉਨਾ ਹੀ ਫੱਬਦੇ ਆ। ਤਾਂ ਪਿੰਡਾਂ 'ਚ ਟ੍ਰੈਂਡ ਹੈ 3-3 4-4 ਹੋ ਗਏ, ਅਲੱਗ-ਅਲੱਗ ਕਾਸਟਿਜ਼ਮ ਹੋ ਗਿਆ, ਫਿਰ ਕਿਉਂ ਨਹੀਂ ਸੀਮਤ ਹੁੰਦੀ? ਕਿਸੇ ਗੁਰੂ ਘਰ ਕੋਲ 10 ਲੱਖ ਫੰਡ ਪਿਆ, ਕਿਸੇ ਕੋਲ 20 ਲੱਖ ਫੰਡ ਪਿਆ, ਕਿਸੇ ਕੋਲ ਕਰੋੜ ਵੀ ਪਿਆ, ਉਹ ਕਰਾਉਣਾ ਕੀ ਹੈ ਪੈਸਾ? ਜੇ ਆਪਾਂ ਕਿਸੇ ਗਰੀਬ ਦੇ ਮੂੰਹ ਪਾ ਦਈਏ ਨਾ, ਇਹ ਬਾਬੇ ਨਾਨਕ ਦੀ ਗੋਲਕ ਆ। ਹਲਕੇ ਬਲਕੇ ਉਹ ਗੋਲਕ ਜੋ ਡੱਬਾ ਗੁਰਦੁਆਰੇ ਮੰਦਿਰਾਂ 'ਚ ਰੱਖਿਆ, ਉਹ ਗੋਲਕ ਨਹੀਂ ਹੈਗੀ। ਸਮਾਜ ਸੇਵੀ ਜਥੇਬੰਦੀਆਂ ਨੂੰ ਜਾਂ ਜੋ ਸੰਤ ਸੰਪਰਦਾਇ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਹੁਣ ਰੋਟੀ ਬੰਦੇ ਨੂੰ ਮਿਲ ਜਾਂਦੀ ਹੈ, ਕਮਾ ਲੈਂਦਾ ਬੰਦਾ, ਔਖਾ ਸੌਖਾ ਕਮਾ ਲੈਂਦਾ। ਕੱਪੜਾ ਵੀ ਬੰਦਾ ਲੈ ਵੀ ਲੈਂਦਾ, ਸਾਰ ਵੀ ਲੈਂਦਾ, ਪਰ ਇਹ ਘਰ ਜ਼ਰੂਰੀ ਆ। ਸਾਡੀਆਂ ਸੰਪਰਦਾਵਾਂ ਨੂੰ ਇੱਕੋ ਬੇਨਤੀ ਆ ਵੀ ਹੁਣ ਆਪਾਂ ਨਾ ਵੱਡੇ ਧਾਰਮਿਕ ਸਥਾਨ ਨਾ ਬਣਾਈਏ, ਆਪਾਂ ਲੋੜਵੰਦਾਂ ਤੱਕ ਇੱਦਾਂ ਦੀ ਸਿਰ ਢੱਕਣ ਕਰ ਦਈਏ। ਇਹੀ ਸਾਡਾ ਇੱਕ ਵਿਚਾਰ ਹੋਊਗਾ ਤੁਹਾਡੇ ਨਾਲ। ਅਗਰ ਅਜੋਕੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਮਡਿਓਕਰ ਲੋਕਾਂ ਦੇ ਲਈ ਰੋਟੀ, ਕੱਪੜਾ ਅਤੇ ਮਕਾਨ ਵੱਡੀ ਮੁਸੀਬਤ ਬਣਿਆ ਹੋਇਆ ਹੈ ਕਿਉਂਕਿ ਮਹਿੰਗਾਈ ਦਾ ਯੁੱਗ ਹੈ ਅਤੇ ਮਹਿੰਗਾਈ ਦੇ ਦੌਰ ਦੇ ਵਿੱਚ ਆਮ ਲੋਕਾਂ ਦੇ ਲਈ ਰੋਟੀ, ਕੱਪੜਾ, ਮਕਾਨ ਸਭ ਤੋਂ ਵੱਡੀ ਮੁਸੀਬਤ ਹੈ। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਸੀਂ ਵੇਖ ਰਹੇ ਹੋ ਤੇ ਮੈਂ ਗਗਨ ਸ਼ੁਕਲਾ ਪਹਾੜੂਵਾਲ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੇ ਵਿੱਚ ਮੌਜੂਦ ਹਾਂ ਤੇ ਤਸਵੀਰਾਂ ਵਿਖਾਉਂਦੇ ਹਾਂ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਰੋਟੀ, ਕੱਪੜਾ ਅਤੇ ਮਕਾਨ ਦੀ ਹੋ ਰਹੀ ਸੀ ਤਾਂ ਮਕਾਨ जी हाँ, सिर ढकण के लिए कुल्ली का होना बेहद जरूरी है क्योंकि अज के दौर दे विच इंसान दे कोल छत होनी बेहद जरूरी है क्योंकि छत तो बिना जिहड़ी जिंदगी है वो बसर नहीं हो सकती। रोज़ी रोटी इंसान कमा सकता है, कपड़े बिना थोड़े कपड़िਆਂ ਨਾਲ भी जिहड़ा जे गल की जाए तो गुजारा जरूर हो सकता, पर मकान के बिना रहना बेहद औखा जिहड़ा मैं साबित हुंदा। सो पहाड़ूवाल दे विच मौजूद हाँ, जिला लुधियाने का यह पिंड है। गलबात करते हैं, परिवार के नाल गलबात करने की कोशिश करते हैं। सब तो पहला जे गल की जाए, सत श्री अकाल जी, मकान बन रहा है बेहद जरूरी हुंदा है। पहला बेहद खस्ता हालत दे विच जिंदगी गुजर रही सी तो एकदम वधिया मकान जरूर बनया। पहला तो दसो, सोचिया सी कि यह सब कुछ होऊगा? नहीं जी, बिल्कुल ही नहीं सी सोचिया असी भी असी हालत मतलब ये जिहड़ा वधिया तरीका असी देख सकते सीगे, जमा माइंड 'च है ही नहीं सी। जो असी आला दाला देखते सीगे वो भी नहीं सीगा साडे कोले।
ਤੇ ਅਸੀਂ ਧੰਨਵਾਦ ਕਰਦੇ ਆ ਇਹਨਾਂ ਦਾ, ਸੰਤ ਬਾਬਾ ਸੁਖਬੀਰ ਸਿੰਘ ਕੰਦੋਲੇ ਵਾਲਿਆਂ ਦਾ, ਸੰਸਥਾ ਦਾ, ਜਿਨ੍ਹਾਂ ਕਿ ਸਾਨੂੰ ਇਸ ਉਹਦੇ ਉੱਤੇ ਪਹੁੰਚਾਇਆ, ਉਹਦੇ ਉੱਤੇ। ਹੋਰ ਇਹਨਾਂ ਦਾ ਅਸੀਂ ਕੀ ਮਤਲਬ। ਮੈਂ ਇੱਕ ਸਵਾਲ ਕਰਦਾ, ਗੁਰਸਿੱਖ ਪਰਿਵਾਰ ਹੋ ਤੁਸੀਂ, ਫਿਰ ਵੀ ਕਦੇ ਜਦੋਂ ਪਰਿਵਾਰ ਆਪਸ 'ਚ ਬੈਠਦਾ ਹੈ, ਇੱਕ ਜੇ ਗੱਲ ਕੀਤੀ ਜਾਵੇ ਤਾਂ ਜ਼ਿੰਦਗੀ ਪਹਿਲਾਂ ਠੀਕ ਨਹੀਂ ਸੀਗੀ, ਪੱਲੀਆਂ ਤੁਹਾਡੇ ਪਈਆਂ ਸੀਗੀਆਂ, ਬਰਸਾਤ ਆਉਂਦੀ ਆ, ਠੰਡ ਆਉਂਦੀ ਆ, ਬੱਚੇ ਹੋ, ਪਰਿਵਾਰ ਹੈ, ਕਦੇ ਨਾ ਕਦੇ ਮੁਸੀਬਤ ਹੁੰਦੀ ਸੀ, ਜ਼ਿਹਨ 'ਚ ਕੀ ਹੁੰਦਾ ਸੀਗਾ, ਕੀ ਸੋਚਦੇ ਸੀਗੇ? ਕਦੇ ਸਾਡਾ ਵੀ ਮਕਾਨ ਕਦੇ ਤਿਆਰ ਹੋਊਗਾ ਬਈ, ਜਾਂ ਇਦਾਂ ਹੀ ਰਹੂਗਾ ਬਈ। ਜਦੋਂ ਮਹਾਂਪੁਰਸ਼ਾਂ ਕੋਲੇ ਮਤਲਬ ਗਏ ਅਸੀਂ, ਤਾਂ ਉਹਨਾਂ ਦੀ ਰਹਿਮਤ ਸਦਕਾ ਹੀ ਸਾਡਾ ਇਹ ਜਿਹੜਾ ਮਕਾਨ ਆ ਇਹ ਤਿਆਰ ਹੋ ਰਿਹਾ। ਅੱਜ ਉਹਨਾਂ ਦੇ ਲੈਂਟਰ ਪੈ ਰਹੇ ਨੇ ਤੇ ਸਾਨੂੰ ਬੇਹੱਦ ਖੁਸ਼ੀ ਆ, ਤੇ ਮੇਰੇ ਕੋਲੇ ਇਹ ਸ਼ਬਦ ਨਹੀਂ ਹੈ ਕਹਿਣ ਨੂੰ ਇਸ ਤੋਂ ਵੱਧ। ਭਾਵੁਕ ਹੋ ਰਹੇ ਹੋ? ਹਾਂਜੀ, ਬਿਲਕੁਲ ਭਾਵੁਕ ਹੋ ਰਹੇ ਆ। ਮਹਾਂਪੁਰਸ਼ਾਂ ਦੀ ਕਿਰਪਾ ਇੰਨੀ ਆ ਵੀ ਸਾਨੂੰ ਨਹੀਂ ਪਤਾ ਲੱਗ ਰਿਹਾ। ਜੋ ਕੰਮ ਕਹਿ ਰਹੇ ਹੋ ਤੁਸੀਂ ਭਾਈ ਸੁਖਬੀਰ ਸਿੰਘ ਕੰਦੋਲਿਆਂ ਵਾਲਿਆਂ ਨੇ ਕੀਤਾ, ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ, ਸਰਕਾਰ ਦਾ ਕੰਮ ਹੈ ਇਹ ਲੋਕਾਂ ਲਈ ਮਕਾਨ ਮੁਹੱਈਆ ਕਰਾਉਣਾ ਜਿਨ੍ਹਾਂ ਕੋਲ ਨਹੀਂ ਹੈਗੇ। ਹਾਲਾਂਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਚੱਲਦੀ ਵੀ ਹੈ, ਪਰ ਲੋਕਾਂ ਤੱਕ ਪਹੁੰਚਦੀ ਹੈ, ਗਰੀਬਾਂ ਤੱਕ ਪਹੁੰਚਦੀ ਹੈ ਕਿ ਨਹੀਂ? ਨਹੀਂ ਪਹੁੰਚਦੀ ਜੀ, ਨਹੀਂ ਪਹੁੰਚ ਰਹੀ। ਤੇ ਜੇ ਇਹੋ ਜਿਹੀਆਂ ਸੰਸਥਾਵਾਂ ਹੋਰ ਵੀ ਚੱਲਦੀਆਂ ਰਹਿਣ, ਸੇਵਾਵਾਂ ਚੱਲਦੀਆਂ ਰਹਿਣ, ਤਾਂ ਇਹ ਕੰਮ ਨੇਪਰੇ ਮਹਾਰਾਜ ਦੀਆਂ ਸੇਵਾਵਾਂ ਜਿਹੜੀਆਂ ਨੇ ਸਿਰੇ ਚੜ੍ਹਦੀਆਂ ਰਹਿਣਗੀਆਂ। ਦੇਰ ਸਵੇਰ ਬਾਬਾ ਸੁਣਦਾ ਹੈ। ਬਿਲਕੁਲ ਜੀ, ਬਿਲਕੁਲ ਸੁਣਦਾ। ਤੇ ਦੇਰ ਸਵੇਰ ਦੀ ਕੀ ਗੱਲ ਕਰੀਏ, ਮਿੰਟ ਬਾਅਦ, ਸਕਿੰਟ ਬਾਅਦ ਸੁਣਦੇ ਆ। ਤੇ ਪਲ ਸੁਣ ਰਹੇ ਨੇ, ਪਲ ਵਿੱਚ ਸਾਡੀ ਮਜਬੂਰੀ ਸਮਝ ਰਹੇ ਨੇ ਮਹਾਰਾਜ ਜੀ, ਪਰ ਅਸੀਂ ਇਹਨਾਂ ਦਾ ਦੇਣ ਕਦੇ ਵੀ ਦੇ ਨਹੀਂ ਸਕਦੇ ਜ਼ਿੰਦਗੀ ਵਿੱਚ। ਮਹਾਰਾਜ ਸਰਪੰਚ ਨਾਲ ਕਦੇ ਗੱਲ ਹੁੰਦੀ ਸੀ ਕਿ ਪਿੰਡ ਕੀ ਵੀ ਸਾਡੀ ਸੁਣੋ, ਸਾਡਾ ਕੋਈ ਲਿਖ ਕੇ ਦਿੱਤਾ ਹੈ ਸਰਕਾਰ ਨੂੰ ਕਿ ਸਾਡੇ ਕੋਲ ਮਕਾਨ ਨਹੀਂ ਹੈਗਾ? ਹਾਂਜੀ, ਪਹਿਲੇ 5 ਸਾਲਾਂ ਦੇ ਵਿੱਚ ਵੀ ਮਤਲਬ ਸਾਡੇ ਫਾਰਮ ਭਰੇ ਗਏ ਸੀ, ਪਰ ਉਹ ਕਿਸੇ ਕਾਰਨ ਵੀ ਮਤਲਬ ਉਹ ਨਹੀਂ ਹੋ ਪਾਇਆ। ਤੇ ਹੁਣ ਵੀ ਮਤਲਬ ਚੱਲਦੀ ਸੀ ਗੱਲਬਾਤ, ਪਰ ਨਹੀਂ। ਇਹ ਜੈਨੂਅਨ ਲੋਕਾਂ ਤੱਕ ਗੱਲ ਕਿਉਂ ਨਹੀਂ ਹੁੰਦੀ? ਜਿਨ੍ਹਾਂ ਲੋਕਾਂ ਨੂੰ ਲੋੜ ਹੈ ਉਹਨਾਂ ਤੱਕ ਸਰਕਾਰੀ ਸਹਾਇਤਾ ਪਹੁੰਚਦੀ ਨਹੀਂ ਹੈਗੀ, ਜਾਂ ਤੁਸੀਂ ਕਹਿ ਲਓ ਵੀ ਗਰੀਬਾਂ ਦੀ ਸੁਣੀ ਨਹੀਂ ਜਾਂਦੀ ਸਰਕਾਰੇ ਦੁਆਰੇ? ਬਿਲਕੁਲ ਜੀ, ਸੁਣੀਓ ਨਹੀਂ ਜਾਂਦੀ, ਇਹੀ ਕਹਿ ਸਕਦੇ ਹਾਂ ਵੀ ਸੁਣੀਓ ਨਹੀਂ ਜਾਂਦੀ। ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ, ਤੇ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਲੋੜ ਤਾਂ ਲੱਗਦਾ ਕਿ ਐਵੇਂ ਦੀਆਂ ਸੰਸਥਾਵਾਂ ਹੋਣੀਆਂ ਚਾਹੀਦੀਆਂ, ਅੱਗੇ ਆਉਣਾ ਚਾਹੀਦਾ, ਕੰਮ ਕਰਨਾ ਚਾਹੀਦਾ। ਜੀ ਬਿਲਕੁਲ, ਇਹੋ ਜਿਹੀ ਸੰਸਥਾ ਹੋਰ ਵੀ ਨਾਲ ਜੁੜ ਕੇ, ਜੋ ਵੀ ਗਰੀਬ ਪਰਿਵਾਰ ਨੇ, ਜਿਨ੍ਹਾਂ ਨੂੰ ਵੀ ਮਤਲਬ ਲੋੜਾਂ ਨੇ, ਉਹ ਪੂਰੀਆਂ ਕੀਤੀਆਂ ਜਾਣ। ਮੇਰਾ ਵੀ ਬਣ ਰਿਹਾ, ਤੇ ਕਿਸੇ ਤੇ ਹੋਰ ਵੀ ਕਿਰਪਾ ਸੰਸਥਾ ਕਰੇ। ਇੱਕ ਤਾਂ ਹੁੰਦਾ ਕਿ ਮਕਾਨ ਬਣਾਉਣ ਦਾ ਨਾਂ ਕਰ ਦੇਣਾ, ਪਰ ਜੇ ਪਰਸਨਲੀ ਮੈਂ ਗੱਲ ਕਰੀ ਜਾਵੇ ਤਾਂ ਬੇਹੱਦ ਵਧੀਆ ਤਰੀਕੇ ਦੇ ਨਾਲ ਉਹ ਕਾਫੀ ਵੱਡਾ ਮਕਾਨ ਬਣਿਆ। ਹਾਂਜੀ ਮਹਾਰਾਜ, ਤੁਸੀਂ ਦੇਖ ਰਹੇ ਹੋ 1100 ਫੁੱਟ ਏਰੀਆ ਜੀ, ਤੇ ਸਾਨੂੰ ਤਾਂ ਪਤਾ ਨਹੀਂ ਲੱਗ ਰਿਹਾ ਵੀ ਇੰਨਾ ਏਰੀਆ ਹਜੇ ਤੱਕ ਨਹੀਂ ਪਤਾ ਲੱਗ ਰਿਹਾ ਜੀ। ਨੀਚੇ ਫਿਰ ਰਹੇ ਹਾਂ, ਸਾਨੂੰ ਪਤਾ ਨਹੀਂ ਲੱਗ। ਖੁਸ਼ ਹੋ? ਹਾਂਜੀ, ਬਿਲਕੁਲ ਪੂਰੇ ਖੁਸ਼ ਹਾਂ ਜੀ, ਖੁਸ਼ੀ ਦੀ ਕੋਈ ਹੱਦ ਨਹੀਂ। ਇਹ ਪਤਾ ਨਹੀਂ ਵੀਰ ਜੀ ਕਿੱਧਰੋਂ ਕਰ ਰਹੇ ਨੇ, ਕਿੱਧਰੋਂ ਨਹੀਂ। ਮਹਾਰਾਜ ਜੀ ਇਹਨਾਂ ਦੀ ਇੰਨੀ ਕਿਰਪਾ ਨਾ ਸਾਡੇ ਤੇ, ਅਸੀਂ ਕੁਝ ਵੀ ਕਹਿ ਨਹੀਂ ਸਕਦੇ। ਤੁਸੀਂ ਪੜ੍ਹਦੇ ਹੋ? ਹਾਂਜੀ, +2 ਹੋ ਗਈ ਜੀ ਸਾਡੀ। 12ਵੀਂ? ਹਾਂਜੀ। ਸੁਖਬੀਰ ਸਿੰਘ ਨੇ ਭਾਈ, ਉਹਨਾਂ ਨਾਲ ਗੱਲਬਾਤ ਕਰਦੇ ਆ। ਭਾਈ ਸਾਹਿਬ, ਕਹਿ ਲਓ ਅੱਜ ਦੇ ਜ਼ਮਾਨੇ ਦੇ ਵਿੱਚ ਰੋਟੀ ਇਨਸਾਨ ਮਜ਼ਦੂਰੀ ਕਰਕੇ ਕਮਾ ਲੈਂਦਾ ਹੈ, ਕੱਪੜੇ ਦਾ ਵੀ ਤਨ ਢੱਕਿਆ ਜਾ ਸਕਦਾ ਹੈ, ਕੁੱਲੀ ਬੇਹੱਦ ਜ਼ਰੂਰੀ ਹੁੰਦੀ ਹੈ। ਸਰਕਾਰਾਂ ਦੇ ਮੁੱਢਲੇ ਫਰਜ਼ ਨਹੀਂ ਹੁੰਦੇ। ਸਮਾਜ ਸੇਵੀ ਤੁਸੀਂ ਲੋਕ ਲੀਡ ਆਫ ਫਰੰਟ ਕਰ ਰਹੇ ਹੋ, ਇਹ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਜੋ ਤੁਸੀਂ ਨਿਭਾ ਰਹੇ ਹੋ। ਦੇਖੋ ਜੀ, ਜੇ ਸਰਕਾਰਾਂ ਇਹ ਸਾਰਾ ਕੁਝ ਕਰਨ ਫਿਰ ਤਾਂ ਸਾਨੂੰ ਐਡਾ ਕੁਝ ਕਰਨ ਦੀ ਲੋੜ ਹੀ ਨਹੀਂ ਹੈਗੀ। ਚਲੋ ਵਾਹਿਗੁਰੂ ਨੇ ਸਾਤੋਂ ਸੇਵਾ ਲੈਣੀ ਸੀਗੀ, ਅਸੀਂ ਤਾਂ ਇੱਥੇ ਤੁਰਦੇ ਫਿਰਦੇ ਇੱਕ ਦਿਨ ਵੈਸੇ ਹੀ ਆਏ। ਘਰ ਦੇ ਹਾਲਾਤ ਬਹੁਤ ਪਤਲੇ ਦੇਖੇ, ਪੱਲੀਆਂ ਪਾਈਆਂ ਹੋਈਆਂ ਸੀ ਛੱਤਾਂ ਦੇ ਉੱਪਰ, ਡਿੱਗਦਾ ਸੀ ਮਕਾਨ ਸਾਰਾ ਹੀ, ਡਿੱਗਣ ਵਾਲਾ ਜਿੱਥੇ ਫੈਮਿਲੀ ਰਹਿੰਦੀ ਸੀ ਡਿੱਗਣ ਵਾਲਾ ਸੀ ਮਕਾਨ ਉਹ। ਫਿਰ ਉਸੇ ਦਿਨ ਤੋਂ ਹੀ ਇੱਕ ਮਨ 'ਚ ਸੰਕਲਪ ਬਣਾਇਆ ਵੀ ਆਪਾਂ ਨੇ ਬਹੁਤ ਗੁਰੂ ਘਰਾਂ ਵਾਸਤੇ ਅੱਜ ਤੱਕ ਬਹੁਤ ਜਗ੍ਹਾ ਵਾਸਤੇ ਸੇਵਾਵਾਂ ਕੀਤੀਆਂ ਔਰ ਦਿੱਤੀਆਂ, ਹੋ ਵੀ ਚੱਲ ਵੀ ਰਹੀਆਂ, ਵੀ ਆਪਾਂ ਉਹ ਸਾਰੇ ਕੰਮ ਇੱਕ ਸਾਈਡ 'ਤੇ ਛੱਡ ਕੇ ਆਪਾਂ ਇੱਦਾਂ ਦੇ ਜਿਹੜੇ ਕਾਰਜਾਂ ਜਿੱਥੇ ਵਿਚਾਰੇ ਲੋੜਵੰਦ ਪਰਿਵਾਰ ਆ, ਜਿਹੜੇ ਬਿਲਕੁਲ ਵੀ ਕਿਸੇ ਜੋ ਕਿ ਹੈ ਹੀ ਨਹੀਂ, ਨਾ ਉਹਨਾਂ ਦੀ ਸਰਕਾਰੀ ਦਰਬਾਰੇ ਸੁਣੀ ਜਾਂਦੀ ਆ, ਨਾ ਕੋਈ ਹੋਰ ਬੰਦਾ ਕੋਈ ਸੰਸਥਾ ਉਹਨਾਂ ਨੂੰ ਪੱਲਾ ਫੜਾਉਂਦੀ ਆ ਕੋਈ। ਤੇ ਬਸ ਉਦਣ ਤੋਂ ਅਸੀਂ ਇੱਕ ਮਿਸ਼ਨ ਬਣਾ ਲਿਆ ਵੀ ਅਸੀਂ 6 ਮਹੀਨਿਆਂ ਦੇ ਵਿੱਚ 2 ਮਕਾਨ, ਜ਼ਿਆਦਾ ਤਾਂ ਨਹੀਂ ਕਰ ਸਕਦੇ ਕਿਉਂਕਿ ਅਸੀਂ ਕਿਸੇ ਤੋਂ ਡੋਨੇਸ਼ਨ ਨਹੀਂ ਲੈਂਦੇ, ਅਸੀਂ 2 ਮਕਾਨ 6 ਮਹੀਨਿਆਂ 'ਚ 1 ਮਕਾਨ ਅਸੀਂ ਤਿਆਰ ਕਰਕੇ ਇੱਕ ਫੈਮਿਲੀ ਨੂੰ ਦੇਵਾਂਗੇ। ਇਹਦਾ ਏਰੀਆ ਵੀ ਤਕਰੀਬਨ 1100-1300 ਫੁੱਟ ਏਰੀਆ ਦੇ ਵਿੱਚ ਮਕਾਨ ਹੁੰਦਾ ਹੈ। ਵੱਡਾ ਹੋ ਜਾਂਦਾ ਕਾਫੀ ਵੱਡਾ ਏਰੀਆ ਬਣ ਜਾਂਦਾ ਹੈ।
ਤੇ ਇਹਦੇ ਵਾਸਤੇ ਅਸੀਂ 2 ਮਕਾਨ 1 ਸਾਲ ਦੇ ਵਿੱਚ 2 ਫੈਮਲੀਆਂ ਨੂੰ ਬਣਾ ਕੇ ਦੇਣ ਦਾ ਟੀਚਾ ਹੀ ਰੱਖ ਲਿਆ ਆਪਣਾ, ਜਦ ਤੱਕ ਵਾਹਿਗੁਰੂ ਜੀ ਕਰਾਉਣਗੇ ਕੰਮ ਇਹ। ਹੁਣ ਤੁਸੀਂ ਗੱਲ ਛੇੜ ਲਈ, ਵੈਸੇ ਮੈਂ ਪੁੱਛਣਾ ਚਾਹੁੰਦਾ ਨਹੀਂ ਸੀਗਾ, ਤੁਸੀਂ ਕਿਹਾ ਅਸੀਂ ਡੋਨੇਸ਼ਨ ਨਹੀਂ ਲੈਂਦੇ। ਬਾਬਾ ਜੀ ਮਾਈਂਡ ਨਾ ਕਰਿਓ, ਪੈਸੇ ਦਾ ਜੁਗਾੜ ਕਿਵੇਂ ਹੁੰਦਾ ਫਿਰ? ਜਿਹੜਾ ਪੈਸੇ ਦਾ ਤੁਸੀਂ ਜੁਗਾੜ, ਜੇ ਸੱਚੀ ਗੱਲ ਮੈਂ ਮੀਡੀਆ ਤੇ ਬੋਲ ਰਿਹਾ ਤੇ ਬਹੁਤ ਲੋਕਾਂ ਨੇ ਦੇਖਣਾ ਹੈ। ਤੁਸੀਂ ਅੱਜ ਵੀ ਚਮਕੌਰ ਸਾਹਿਬ ਚਲੇ ਜਾਓ, ਬੈਂਕ ਮਥੂਟ ਬੈਂਕ, ਉੱਥੇ ਮੈਂ ਅੱਜ ਵੀ ਆਪਣਾ ਕੁਝ ਗੋਲਡ ਮੇਰਾ ਤੇ ਮੇਰੇ ਘਰਦਿਆਂ ਦਾ ਮੈਂ ਗੋਲਡ ਗਿਰਵੀ ਰੱਖ ਕੇ ਲੋਨ ਚੱਕ ਕੇ ਮੈਂ ਇਹ ਘਰ ਬਣਵਾਇਆ ਆਪਣਾ। ਉਹ ਮੈਂ ਮੋੜੀ ਜਾਂਦਾ ਉਹਨੂੰ ਤਰੀਕੇ, ਜਿਵੇਂ ਜਿਵੇਂ ਮੇਰੇ ਕੋਲ ਮਾਇਆ ਆਉਂਦੀ ਹੈ ਮੈਂ ਉਹਕਣਾ ਮੋੜੀ ਜਾਂਦਾ ਉਹਨੂੰ, ਤੇ ਬਸ ਉਹ ਉਤਰ ਕੇ ਕਲੀਅਰ ਹੋ ਜਾਣਾ ਤੇ ਆਪਾਂ ਅਗਲਾ ਘਰ ਛੇੜ ਲੈਣਾ। ਬਸ ਸੇਵਾ ਹੀ ਹੈ ਇਹ। ਬਾਬਾ ਜੀ ਗੱਲ ਬਿਲਕੁਲ ਸੇਵਾ ਜ਼ਰੂਰ ਹੈ। ਕਬੀਲਦਾਰ ਘਰ ਹੈ, ਗੁੱਡੀਆਂ ਨੇ 3 ਉਹ ਵੀ ਜਵਾਨ ਹੈ। ਮੈਂ ਫਿਰ ਸਰਕਾਰ ਦਾ ਜ਼ਿਕਰ ਖਾਸ ਕਰਦਾ ਕਿਉਂਕਿ ਜਵਾਨ ਬੱਚੇ ਨੇ, ਜਿਹੜੇ ਲੋਕ ਵੋਟਾਂ ਲੈਣ ਆਉਂਦੇ ਨੇ, ਚਾਹੇ ਉਹ ਲੋਅਰ ਲੈਵਲ ਤੇ ਹੋਣ, ਸਰਪੰਚ ਹੋਣ, ਪੰਚ ਹੋਣ, MLA ਹੋਣ, ਮੁੱਖ ਮੰਤਰੀ ਹੋਣ, ਕਿਉਂ ਨਹੀਂ ਸੋਚਿਆ ਜਾਂਦਾ? ਕਿਉਂਕਿ 21ਵੀਂ ਸਦੀ ਚੱਲ ਰਹੇ ਹਾਂ ਅਸੀਂ। ਨਹੀਂ ਦੇਖੋ, ਉਹ ਹੁਣ ਉਹਨਾਂ ਦਾ ਕੰਮ ਆ। ਜੇ ਉਹ 15 ਦਿਨਾਂ ਵਿੱਚ ਪੂਰਾ ਪੰਜਾਬ ਕੱਢ ਸਕਦੇ ਆ, ਫਿਰ 5 ਸਾਲਾਂ ਦੇ ਵਿੱਚ ਉਹਨਾਂ ਨੂੰ ਸਾਡੇ ਘਰ ਪਿੰਡ ਕਿਉਂ ਨਹੀਂ ਦਿਖਦੇ? ਇਹ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਨਾ ਵੀ ਅਸੀਂ ਵੋਟਾਂ ਵਾਲੇ ਟਾਈਮ ਕਿੱਦਾਂ ਦੇ ਹੁੰਨੇ ਆ, ਅਸੀਂ ਬਾਅਦ 'ਚੋਂ ਆਪਣੀ ਜਨਤਾ ਨੂੰ ਕਿਉਂ ਨਹੀਂ ਪੁੱਛਦੇ? ਇਹ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ, ਸਾਡਾ ਕੰਮ ਨਹੀਂ ਹੈਗਾ ਇਹ। ਅਸੀਂ ਤਾਂ ਸੋਸ਼ਲ ਆ ਵੀ ਜੇ ਜ਼ਿੰਦਗੀ 'ਚ ਆਏ ਆ ਕਿਸੇ ਦਾ ਭਲਾ ਕਰ ਲਓ। ਇੱਥੇ ਹਨੇਰੀਆਂ ਆਉਂਦੀਆਂ, ਆ ਕੇ ਤੂਫਾਨ ਚਲੇ ਜਾਂਦੇ ਆ, ਯਾਦਾਂ ਰਹਿ ਜਾਂਦੀਆਂ, ਇਨਸਾਨ ਚਲੇ ਜਾਂਦੇ ਆ। ਇੱਥੇ ਰਹਿ ਕਿਹਨੇ ਜਾਣਾ, ਯਾਦ ਰਹਿ ਜਾਣੀ ਆ। ਬਸ ਇਹ ਚੀਜ਼ ਆ ਵੀ ਜਿੰਨਾ ਕੁ ਵਾਹਿਗੁਰੂ ਸਾਤੋਂ ਕਰਾਉਂਦਾ ਬਸ ਉਹ ਕਰਾਈ ਚੱਲੇ, ਹੋਰ ਅਸੀਂ ਇਸ ਕੀ ਸਕਦਾ। ਪਰਿਵਾਰ ਦੇ ਚਿਹਰੇ ਤੇ ਖੁਸ਼ੀ ਦੇਖੋ ਕਿੰਨੀ ਹੈ ਕਿ ਸਾਡਾ ਇੱਕ ਆਸ਼ੀਆਨਾ, ਸਾਡੀ ਕੁੱਲੀ ਬਣ ਗਈ, ਜੋ ਕਿ ਇਨਸਾਨ ਸਾਰੀ ਉਮਰ ਦੀ ਕਮਾਈ ਤੋਂ ਬਾਅਦ ਬਣਾਉਂਦਾ। ਜਾਣੀ ਮੈਨੂੰ ਇੰਨਾ ਕੁ ਲੱਗਿਆ ਵੀ ਜਿੱਦਾਂ ਦਾ ਮੈਂ 100 ਮੰਦਿਰ ਬਣਾ ਲਿਆ, ਜਿਵੇਂ ਦਾ ਮੈਂ 100 ਗੁਰੂ ਘਰ ਬਣਾ ਲਿਆ, ਉੱਦਾਂ ਦਾ ਮੈਂ ਇੱਕ ਫੈਮਿਲੀ ਦਾ ਘਰ ਬਣਾਤਾ, ਮੈਨੂੰ ਉਨਾ ਹੀ ਪੁੰਨ ਮਿਲੂਗਾ ਇਸ ਫੈਮਿਲੀ ਦਾ ਘਰ ਬਣਾ ਕੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਮੇਰੇ ਨਾਲੇ ਤੁਹਾਨੂੰ ਇੱਕ ਹੋਰ ਸਵਾਲ ਹੈ। ਮੰਦਿਰ ਗੁਰਦੁਆਰਿਆਂ ਦਾ ਜ਼ਿਕਰ ਹੋਇਆ, ਲੋੜ ਹੈ ਕਿ ਹੁਣ ਮੰਦਿਰ ਔਰ ਗੁਰਦੁਆਰੇ ਉਸਾਰਨ ਦੀ ਜ਼ਰੂਰਤ ਹੈ ਹਾਲੇ ਵੀ? ਨਹੀਂ, ਮੇਰੇ ਹਿਸਾਬ ਨਾਲ ਬਿਲਕੁਲ ਨਹੀਂ ਹੈ। ਮੈਂ ਤਾਂ ਸੋਚਦਾ ਵੀ ਗੁਰੂ ਘਰ ਬਿਲਕੁਲ ਛੋਟਾ ਹੋਣਾ ਚਾਹੀਦਾ, ਜਿਹਦੀ ਸਾਂਭ ਸੰਭਾਲ ਹੋ ਸਕੇ। ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਕਰਨਾ, ਭਾਵੇਂ ਉਹ ਥੋੜੀ ਜਗ੍ਹਾ 'ਚ ਹੋਵੇ, ਉਹ ਤਾਂ ਸ਼ਹਿਨਸ਼ਾਹ ਹੈ। ਉਹ ਤਾਂ ਝੁੱਗੀ 'ਚ ਵੀ ਉਨਾ ਹੀ ਫੱਬਦੇ ਆ, ਉਹ ਮਹਿਲਾਂ ਵਿੱਚ ਵੀ ਉਨਾ ਹੀ ਫੱਬਦੇ ਆ। ਉਹਨਾਂ ਨੂੰ ਉਹ ਵੱਡੇ ਛੋਟੇ ਨਹੀਂ ਹੋਣ ਲੱਗੇ। ਪਰ ਹਾਂ, ਜਿਹੜਾ ਅਸੀਂ ਕਰੋੜਾਂ ਰੁਪਈਆ ਗੁਰੂ ਘਰਾਂ ਉੱਤੇ, ਮੰਦਰਾਂ ਮਸੀਤਾਂ 'ਤੇ ਲਗਾ ਰਹੇ ਹਾਂ, ਧਾਰਮਿਕ ਸਥਾਨਾਂ 'ਤੇ ਲਗਾ ਰਹੇ ਹਾਂ, ਉਹ ਸਾਨੂੰ ਪੈਸਾ ਕੱਢ ਕੇ ਲੋੜਵੰਦ ਪਰਿਵਾਰਾਂ ਵਿੱਚ ਲਗਾਉਣਾ ਚਾਹੀਦਾ ਹੈ। ਤੁਸੀਂ ਤਾਂ ਇੱਕ ਗੁਰਦੁਆਰੇ ਜੇ ਆਪਾਂ ਜ਼ਿਕਰ ਕਰਦੇ ਹਾਂ, ਹੁਣ ਤਾਂ ਪਿੰਡਾਂ 'ਚ ਟ੍ਰੈਂਡ ਹੈ 3-3 4-4 ਹੋ ਗਏ, ਅਲੱਗ-ਅਲੱਗ ਕਾਸਟਿਜ਼ਮ ਹੋ ਗਿਆ। ਫਿਰ ਕਿਉਂ ਨਹੀਂ ਸੀਮਤ ਹੁੰਦੀ? ਕਿਉਂ ਸਾਡੇ ਲੋਕ ਇਹ ਸਮਝਦੇ ਕਿਉਂ ਨਹੀਂ? ਉਹਨਾਂ ਲਈ ਤੁਹਾਡੇ 2 ਸ਼ਬਦ। ਇਹ ਆਪਸੀ ਫੁੱਟ ਹੈ ਜੀ ਲੋਕਾਂ ਦੀ। ਜਿਹੜੇ 70 ਤੋਂ ਪਹਿਲਾਂ ਗੁਰਦੁਆਰਾ ਸਾਹਿਬ ਬਣੇ, ਉਹ ਤਕਰੀਬਨ ਪਿੰਡਾਂ ਦੇ ਵਿੱਚ ਜਿੰਨੀਆਂ ਵੀ ਵੱਡੀਆਂ ਜਾਤਾਂ, ਮੈਂ ਕਿਸੇ ਜਾਤ ਦਾ ਨਾਮ ਨਹੀਂ ਲਊਂਗਾ, ਉਹ ਸਾਰੇ ਉਹਨਾਂ ਨੇ ਸੰਭਾਲ ਲਏ। ਉਹਨਾਂ ਨੂੰ ਫਿਰ ਬਾਕੀ ਲੋਕਾਂ ਨੂੰ ਉੱਥੋਂ ਤੋਂ ਸਮਾਨ ਨਹੀਂ ਸੀ ਮਿਲਦਾ। ਉਹ ਕਹਿੰਦੇ ਚੰਗਾ ਤੁਸੀਂ ਸਾਨੂੰ ਨਹੀਂ ਦੇਣਾ, ਪਰ ਅਸੀਂ ਆਪਣਾ ਬਣਾਉਣ ਲੱਗੇ ਹਾਂ। ਸੈਣੀਆਂ ਨੇ ਆਪਣਾ ਬਣਾ ਲਿਆ, ਹਰੀਜਨ ਭਰਾਵਾਂ ਨੇ ਆਪਣਾ ਬਣਾ ਲਿਆ, ਜੱਟਾਂ ਦਾ ਆਪਣਾ ਹੋ ਗਿਆ। ਇਸ ਕਰਕੇ ਤਾਂ ਗੁਰੂ ਘਰਾਂ ਦੀ ਜਿਹੜੀ ਆਪਸੀ ਫੁੱਟ ਪਈ ਆ ਪਿੰਡਾਂ ਵਿੱਚ, ਇਹ ਇੱਥੋਂ ਪਈ ਆ ਫੁੱਟ। ਧਾਰਮਿਕ ਲੋਕਾਂ ਨੂੰ ਸਹੀ ਭੂਮਿਕਾ ਨਿਭਾਉਣੀ ਚਾਹੀਦੀ। ਹਾਂ, ਭੂਮਿਕਾ ਨਿਭਾਉਣੀ ਚਾਹੀਦੀ ਸੀਗੀ ਉਹਨਾਂ ਨੂੰ, ਪਰ ਉਹ ਹੋ ਨਹੀਂ ਰਿਹਾ। ਕਿਸੇ ਗੁਰੂ ਘਰ ਕੋਲ 10 ਲੱਖ ਫੰਡ ਪਿਆ, ਕਿਸੇ ਕੋਲ 20 ਲੱਖ ਫੰਡ ਪਿਆ, ਕਿਸੇ ਕੋਲ ਕਰੋੜ ਵੀ ਪਿਆ। ਉਹ ਕਰਾਉਣਾ ਕੀ ਹੈ ਪੈਸਾ? ਉਹ ਜੇ ਉਹ ਕਿਸੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਇਹ ਨਹੀਂ ਹੈ ਕਿ ਜਿਹੜਾ ਡੱਬਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪਿਆ ਉਹ ਗੋਲਕ ਬਾਬੇ ਨਾਨਕ ਦੀ, ਨਹੀਂ। ਜੇ ਆਪਾਂ ਕਿਸੇ ਗਰੀਬ ਦੇ ਮੂੰਹ ਪਾ ਦਈਏ ਨਾ, ਇਹ ਬਾਬੇ ਨਾਨਕ ਦੀ ਗੋਲਕ ਆ। ਬਲਕਿ ਉਹ ਗੋਲਕ ਜੋ ਡੱਬਾ ਗੁਰਦੁਆਰੇ ਮੰਦਿਰਾਂ 'ਚ ਰੱਖਿਆ, ਉਹ ਗੋਲਕ ਨਹੀਂ ਹੈਗੀ। ਗੋਲਕ ਕਿਸੇ ਲੋੜਵੰਦ ਦੀ ਮਦਦ ਕਰੋ। ਸਰਪੰਚ ਸਾਹਿਬ, ਤੁਸੀਂ ਇਸੇ ਇਲਾਕੇ ਦੇ ਹੋ, ਬਾਬਾ ਜੀ ਨੇ ਇੰਨਾ ਵਧੀਆ ਕੰਮ ਕੀਤਾ, ਕਿਉਂਕਿ ਦੇਖਿਆ ਜਾਵੇ ਤਾਂ ਡ੍ਰੀਮ ਕਮ ਟਰੂ ਹੋ ਗਿਆ ਇਹਨਾਂ ਲੋਕਾਂ ਦਾ। ਅਸੀਂ ਤਾਂ ਬਹੁਤ ਧੰਨਵਾਦ ਕਰਦੇ ਹਾਂ ਬਾਬਾ ਜੀ ਦਾ, ਜਿਹੜੇ ਇਹਨਾਂ ਨੇ ਸਾਡੇ ਇਲਾਕੇ 'ਚ ਕੀਤਾ। ਉਸ ਦਿਨ ਇਹਨਾਂ ਨੇ ਅਨਾਉਂਸ ਕੀਤਾ ਵੀ ਇੱਦਾਂ ਅਸੀਂ ਇੱਕ ਗਰੀਬ ਘਰ ਦਾ ਬਣਾਉਣਾ ਵਾ, ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ। ਇੱਥੇ ਵੀ ਅਸੀਂ ਜਿੰਨੇ ਜੋਗੇ ਅਸੀਂ ਕੀਤਾ, ਗਾਹਾਂ ਵੀ ਜਿੱਥੇ ਕਹਿਣਗੇ ਆਪਾਂ ਪੁਰਾਂ ਤੋਂ ਡਰ ਕੇ ਉੱਥੇ ਵੀ ਕਰਦੇ ਰਹਾਂਗੇ। ਅਸੀਂ ਹਰ ਥਾਂ 'ਤੇ ਬਾਬਾ ਜੀ ਦਾ ਸਾਥ ਦਿੰਦੇ ਰਹਾਂਗੇ। ਇਹ ਬਾਬਾ ਜੀ ਚੜ੍ਹਦੀ ਕਲਾ 'ਚ ਰਹਿਣ। ਅਸੀਂ ਇਹਨਾਂ ਦੇ ਹੱਥ ਨਮਸਕਾਰ। ਬਾਬਾ ਜੀ ਅੱਗੇੋਂ ਵੀ ਚੱਲੂਗਾ ਕੰਮ ਸੇਵਾ, ਕਿਉਂਕਿ ਹੁਣ ਤੁਸੀਂ ਜੰਗ 'ਚ ਕੁੱਦ ਗਏ ਹੋ। ਅਸੀਂ ਦੇਖੋ, ਕਦਾਉਣੇ ਵਾਲਾ ਤਾਂ ਵਾਹਿਗੁਰੂ ਆ। ਉਹ ਕਿਸੇ ਨੇ ਗਾਣਾ ਗਾਇਆ ਵੀ ਜਦੋਂ ਹੱਥ ਦਾਨ ਦੇਣੇ ਵਾਲੇ ਕਰਤੇ, ਸਮਝੋ ਰੱਬ ਨੇ ਸੁਖਾਲੇ ਕਰਤੇ। ਹਾਂਜੀ, ਇਸ ਕਰਕੇ ਬਾਬੇ ਨੇ ਸੁਖਾਲੇ ਕਰੇ ਆ। ਸੋਚਿਆ ਨਹੀਂ ਤਾਂ ਕਦਾ। ਮੇਰਾ ਤਾਂ ਘਰ ਇਦੋਂ ਨਾਲੋਂ ਭੈੜਾ ਸੀਗਾ। ਜਿੱਦਣ ਜਿਹਨਾਂ ਘਰਾਂ 'ਚੋਂ ਮੈਂ ਉੱਠਿਆ, ਮੈਂ ਗਰੀਬੀ ਦੇਖੀ ਹੋਈ ਆ। ਗਰੀਬੀ ਚੀਜ਼ ਕਿਆ ਹੈ? ਮੈਂ ਤਾਂ ਇਹਨਾਂ ਨਾਲੋਂ ਭੈੜੇ ਘਰਾਂ 'ਚ ਉੱਠਿਆ ਹੋਇਆ। ਹਾਂਜੀ, 88 ਵਿੱਚ ਮੇਰਾ ਸਭ ਕੁਛ ਰੁੜ ਗਿਆ ਦਾ, ਪਰ ਵਾਹਿਗੁਰੂ ਨੇ ਹੱਥ ਇਹ ਕੁਛ ਕਰਨੇ ਵਾਲੇ ਬਣਾਤੇ। ਤਾਂ ਕੋਸ਼ਿਸ਼ ਕਰੂੰਗੇ, ਬਾਕੀ ਬਾਬਾ ਜੀ ਕਰਾ ਲੈਣ ਵੀ 6 ਮਹੀਨਿਆਂ ਵਿੱਚ ਇੱਕ ਫੈਮਿਲੀ ਨੂੰ ਘਰ ਬਣਾ ਕੇ ਦਊਂਗੇ। 6 ਮਹੀਨੇ 'ਚ। ਸੋ ਨਿਹਾਲ, ਸਤਿ ਸ੍ਰੀ ਅਕਾਲ।
ਬੜਾ ਵਧੀਆ ਘਰ ਬਣਿਆ ਹੈ। ਬਾਬਾ ਜੀ ਕਹਿੰਦੇ ਜਦ ਤੱਕ ਫਿਨਿਸ਼ ਨਹੀਂ ਹੁੰਦਾ ਟਾਈਲਾਂ ਸਭ ਕੁਝ ਬਣਾ ਕੇ ਦੇਵਾਂਗੇ। ਸਭ ਕੁਦਰਤ ਦੀ ਜਿਹੜੀ ਹੈ ਮਹਿਮਾ ਵਾਪਰੀ ਹੈ। ਹਾਂਜੀ ਬਿਲਕੁਲ, ਕੁਦਰਤ ਦੀ ਮਹਿਮਾ ਵਰਤੀ ਆ ਜੀ। ਅਸੀਂ ਕੁਦਰਤ ਨੂੰ ਨਾਲ ਲੈ ਕੇ ਹੀ ਅੱਜ ਇੰਨੇ ਭਾਵੁਕ ਹੋਏ ਆ ਕਿ ਸਾਡਾ ਜਿਹੜਾ ਕੁਦਰਤ ਨੇ ਇੰਨਾ ਸਾਥ ਦਿੱਤਾ, ਕੁਦਰਤ ਇਹਨਾਂ ਦੇ ਵਿੱਚ ਵਸੀ ਤਾਂ ਸਾਡਾ ਐਡਾ ਕਾਰਜ ਹੋਇਆ। ਮੈਂ ਇਹਨਾਂ ਦਾ ਬਹੁਤ ਰਿਣੀ ਹਾਂ, ਧੰਨਵਾਦੀ ਹਾਂ ਅਤੇ ਧੰਨਵਾਦੀ ਰਹਾਂਗਾ। ਮਹਾਰਾਜ ਬਾਬਾ ਜੀ ਕਿਰਪਾ ਕਰਨ ਵੀ ਮੇਰੇ ਤੋਂ ਵੀ ਜਿੰਨੀ ਕੁ ਸੇਵਾ ਹੁੰਦੀ ਆ ਸੇਵਾ ਲੈਂਦੇ ਰਹਿਣ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਕਿਉਂਕਿ ਉਦਮ ਵੱਡਾ ਹੈ, ਕਿਸੇ ਦਾ ਸੁਪਨਾ ਸਾਕਾਰ ਹੋ ਜਾਣਾ ਵੱਡੀ ਗੱਲ ਹੈ। ਦੇਖੋ ਜੀ, ਮੈਂ ਸੰਨ 84 ਤੋਂ ਇਸ ਲਾਈਨ ਦੇ ਵਿੱਚ ਹਾਂ ਜੀ। ਮੈਂ ਸ਼੍ਰੀਮਾਨ ਸੰਤ ਬਾਬਾ ਸੁਖਬੀਰ ਸਿੰਘ ਜੀ ਵਰਗੇ ਪਰਉਪਕਾਰੀ ਸੰਤ ਨਹੀਂ ਦੇਖੇ ਜੀ। ਬਹੁਤ ਦੁਨੀਆ ਪੈਸਾ ਇਕੱਠਾ ਕਰਦੀ ਹੈ ਜੀ, ਪਰ ਪੈਸਾ ਇਕੱਠਾ ਕਰਕੇ ਉਹ ਆਪਣੀ ਫੈਮਿਲੀ ਤੱਕ ਹੀ ਸੀਮਿਤ ਰਹਿ ਜਾਂਦੀ ਆ। ਅੱਜ ਤੱਕ ਜੋ ਇਹਨਾਂ ਨੇ ਪਰਉਪਕਾਰੀ ਕੰਮ ਕਰਿਆ ਮੈਂ ਕਿਸੇ ਸੰਤ ਮਹਾਂਪੁਰਸ਼ ਤੇ ਹੋਰ ਨਹੀਂ ਦੇਖਿਆ ਜੀ। ਬਹੁਤ ਪਰਉਪਕਾਰੀ ਮਹਾਂਪੁਰਖ ਆ ਜੀ। ਮੈਂ ਕਹਿੰਦਾ ਰੱਬ ਨੂੰ ਤਰੱਕੀਆਂ ਬਖਸ਼ੇ, ਲੰਬੀ ਉਮਰ ਬਖਸ਼ੇ ਜੀ, ਚੜ੍ਹਦੀ ਕਲਾ ਸਿਹਤ ਯਾਬੀ ਬਖਸ਼ੇ ਪ੍ਰਮਾਤਮਾ ਇਹਨਾਂ ਨੂੰ ਜੀ। ਵਾਹਿਗੁਰੂ। ਤੁਹਾਡੀ ਸਿਹਤ ਯਾਬੀ ਦੀ ਦੁਆ ਹੈ ਮਹਾਰਾਜ, ਜੇ ਤੁਸੀਂ ਸਹੀ ਰਹੋਗੇ ਤਾਂ ਹੋਰ ਲੋਕਾਂ ਦੀ ਮਦਦ ਵੀ ਹੋਊਗੀ। ਬਸ ਤੁਹਾਡਾ ਆਸ਼ੀਰਵਾਦ, ਸੰਗਤਾਂ ਦੀਆਂ ਅਰਦਾਸਾਂ ਇਹ ਨਾਲ ਰਹਿਣ ਤੇ ਵਾਹਿਗੁਰੂ ਤੰਦਰੁਸਤੀ ਬਖਸ਼ੇ। ਜਿਹੜੇ ਸਾਹ ਆਉਣੇ ਆ ਉਹਦੀ ਯਾਦ ਵਿੱਚ ਆ ਜਾਣ। ਬਸ ਜਾਂਦੇ ਜਾਂਦੇ ਕੋਈ ਕੁਝ ਕਹਿਣਾ ਚਾਹੁੰਦੇ ਹੋ ਸਾਡੇ ਥਰੂ ਸੰਗਤ ਨੂੰ, ਸਰਕਾਰ ਨੂੰ, ਲੋਕਾਂ ਨੂੰ? ਡੇਲੀ ਪੋਸਟ ਦੇ ਥਰੂ ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਹੈ। ਬਾਕੀ ਇਹਨਾਂ ਕਾਰਜਾਂ ਨੂੰ ਅਸੀਂ ਅੱਗੇ ਹੋ ਕੇ ਕਹਿੰਦੇ ਹੁੰਦੇ ਵੀ ਗੱਡੀ ਦਾ ਇੰਜਣ ਇੱਕੋ ਹੀ ਹੁੰਦਾ ਹੈ, ਉਹ 72-73 ਬੋਗੀਆਂ ਨੂੰ ਖਿੱਚ ਕੇ ਲੈ ਜਾਂਦਾ ਹੈ। ਬਸ ਤੁਸੀਂ ਮੈਨੂੰ ਇੰਜਣ ਦੀ ਜਗ੍ਹਾ ਰੱਖ ਲਿਆ ਹੈ, ਬਸ ਮੈਂ ਇਕੱਲਾ ਤਾਂ ਭੱਜ ਨਹੀਂ ਸਕਦਾ। ਡੱਬੇ ਬਗੈਰ ਰੇਲ ਕਿਸੇ ਕੰਮ ਨਹੀਂ, ਇੰਜਣ ਬਗੈਰ ਰੇਲ ਬਗੈਰ ਇੰਜਣ ਬਗੈਰ ਰੇਲ ਕਿਸੇ ਕੰਮ ਨਹੀਂ, ਅਤੇ ਰੇਲ ਬਗੈਰ ਇੰਜਣ ਵੀ ਕਿਸੇ ਕੰਮ ਦਾ ਨਹੀਂ। ਇਸ ਕਰਕੇ ਜੇ ਤੁਸੀਂ ਮੈਨੂੰ ਮੋਢੀ ਲਾਇਆ ਹੁਣ, ਫਿਰ ਤੁਸੀਂ ਮੇਰਾ ਸਹਿਯੋਗ ਦਿੰਦੇ ਰਹੋ, ਮੈਂ ਤੁਹਾਡੇ ਨਾਲ ਚੱਲਦਾ ਰਹੂੰਗਾ। ਜੁੜੇ ਰਹੋ। ਜਿਹੜੀ ਆ ਲੋਕਾਂ ਦੀ ਸੇਵਾ ਲਗਾਤਾਰ ਜਾਰੀ ਰਹੂਗੀ। ਕੈਮਰਾਮੈਨ ਨੂੰ ਕਹੂੰਗਾ ਪਹਿਲਾਂ ਇੱਕ ਤਸਵੀਰਾਂ ਵਿਖਾ ਦਿੰਦੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਜਿਹੜਾ ਘਰ ਦਾ ਕੰਮ ਆ ਉਹ ਲਗਾਤਾਰ ਜਾਰੀ ਹੈ। ਕਰੀਬ 70% ਕੰਮ ਹੋ ਚੁੱਕਿਆ, ਫਿਨਿਸ਼ਿੰਗ ਟੱਚ ਹੋਣਾ ਬਾਕੀ ਹੈ। ਜਦ ਤੱਕ ਫਿਨਿਸ਼ਿੰਗ ਨਹੀਂ ਹੁੰਦੀ ਤਦ ਤੱਕ ਜਿਹੜੀ ਸੇਵਾ ਹੈ ਨਿਰੰਤਰ ਜਾਰੀ ਰਹੂਗੀ। ਔਰ ਸਭ ਤੋਂ ਵੱਡੀ ਗੱਲ ਕਹੀ ਹੈ ਕਿ ਮੈਂ ਲਗਾਤਾਰ ਜਿਹੜਾ ਸੇਵਾ ਦੇ ਵਿੱਚ ਡਟਿਆ ਰਹੂੰਗਾ। ਕੁਝ ਵੀ ਹੋਵੇ, ਲੋਨ ਚੱਕ ਕੇ ਘਰ ਬਣਾਉਣ ਦੀ ਗੱਲ ਆਖੀ ਗਈ ਹੈ, ਲੋਨ ਚੱਕਿਆ ਗਿਆ ਫਿਰ ਇਹ ਘਰ ਬਣਾਇਆ ਗਿਆ। ਔਰ 1 ਸਾਲ ਦੇ ਵਿੱਚ 2 ਮਕਾਨ ਤਿਆਰ ਕਰਕੇ ਹਰ ਇੱਕ ਮਹੀਨੇ 6 ਮਹੀਨੇ ਬਾਅਦ ਇੱਕ ਮਕਾਨ ਤਿਆਰ ਕੀਤਾ ਜਾਊਗਾ। ਬਾਬਾ ਜੀ ਕੋਈ ਪੈਰਾਮੀਟਰਸ ਹੋਣਗੇ ਕਿ ਕਿਸ ਆਧਾਰ ਤੇ ਬਣੂਗਾ, ਕੋਈ ਚੁਣਿਆ ਜਾਊਗਾ? ਕੋਈ ਅਸੀਂ ਅਸਲ ਦੇ ਵਿੱਚ ਇੱਕ ਆਪਣੇ ਵੱਲੋਂ ਆਪਣੇ ਮਕਾਨ ਦਾ ਨਕਸ਼ਾ ਰੱਖਾਂਗੇ, ਉਸ ਦੇ ਮੁਤਾਬਕ ਹੀ ਬਣਾਇਆ ਕਰਾਂਗੇ ਘਰ ਸਾਰਾ ਹੀ, ਤਾਂ ਜੋ ਪਤਾ ਹੋਵੇ ਵੀ ਇਹ ਘਰ ਵੀ ਫਲਾਣੇ ਉਹਨਾਂ ਵੱਲੋਂ ਸੇਵਾ ਕੀਤੀ ਗਈ ਆ। ਉਹਦਾ ਪੈਰਾਮੀਟਰ ਇੱਕੋ ਹੀ ਹੋਊਗਾ। ਬਾਕੀ 7 ਲੱਖ ਤੋਂ ਲੈ ਕੇ 10 ਲੱਖ ਰੁਪਈਆ ਇੱਕ ਮਕਾਨ ਦੇ ਉੱਪਰ ਖਰਚਾ ਵੱਡੀ ਅਮਾਊਂਟ ਹੋ ਜਾਂਦੀ ਵੱਡੀ ਅਮਾਊਂਟ ਆ। ਹਾਂਜੀ, ਇੰਨਾ ਖਰਚਾ ਆਰਾਮ ਗੱਲ 7 ਲੱਖ ਤੋਂ ਲੈ ਕੇ 10 ਲੱਖ ਰੁਪਈਆ ਇੱਕ ਘਰ ਦਾ ਐਸਟੀਮੇਟ ਆ ਜੀ, ਜਿਹੜਾ ਪ੍ਰੋਪਰ ਖਰਚਾ ਹੋਣਾ। ਕਿਉਂਕਿ ਕੋਈ ਚੀਜ਼ ਆਪਾਂ ਨਾਰਮਲ ਨਹੀਂ ਵਰਤਣੀ। ਮੇਰੀ ਇੱਕ ਆਦਤ ਆ ਸ਼ੁਰੂ ਤੋਂ, ਜਾਂ ਕੰਮ ਕਰਨਾ ਹੀ ਨਹੀਂ, ਜੇ ਕਰਨਾ ਫਿਰ ਵਧੀਆ ਕਰਨਾ ਹੈ। ਆਦਤ ਹੈ ਸ਼ੁਰੂ ਤੋਂ ਬਈ ਕਿਸੇ ਇੱਥੇ ਬਣਾਉਣ ਨੂੰ ਇੱਕ ਕਮਰਾ ਪਾ ਕੇ ਵੀ ਆਪਾਂ ਕਰ ਸਕਦੇ ਸੀਗੇ, ਨਹੀਂ, ਜਿੰਨੀ ਜਗ੍ਹਾ ਬਗਲ ਉਹਨੀ ਸਾਰੀ ਤਿਆਰੀ ਕਰੋ। 7 ਲੱਖ ਤੋਂ ਲੈ ਕੇ 10 ਲੱਖ ਰੁਪਏ ਤੱਕ ਸਾਡਾ ਐਸਟੀਮੇਟ ਰਹੇਗਾ ਹਰ ਮਕਾਨ ਦੇ ਉੱਪਰ। ਤੇ ਬਸ ਇਹੀ ਆ ਜੀ। ਬਾਕੀ ਬਾਬਾ ਜੀ ਜਿਵੇਂ ਮੇਰੇ ਏਰੀਆ ਕੋਈ ਵੀ ਹੋਊਗਾ? ਏਰੀਆ ਕੋਈ ਵੀ ਹੋਊਗਾ, ਤਕਰੀਬਨ 1500 ਫੁੱਟ ਏਰੀਆ 'ਚ ਘਰ ਬਣਦਾ। ਨਹੀਂ ਕਹਿਣ ਦਾ ਮਤਲਬ ਪੰਜਾਬ ਦੇ ਕਿਸੇ? ਹਾਂ, ਕਿਸੇ ਵੀ ਖੇਤਰ ਵਿੱਚ ਕੋਈ ਵੀ ਏਰੀਆ ਬਣੂਗਾ ਸਾਡਾ, ਪਹਿਲ ਤਾਂ ਆਧਾਰ ਅਸੀਂ ਆਪਣੇ ਇਲਾਕੇ ਨੂੰ ਦੇਵਾਂਗੇ। ਕਿਉਂ ਦੇਵਾਂਗੇ? ਕਿਉਂਕਿ ਹਰੇਕ ਇਲਾਕੇ ਦੇ ਵਿੱਚ ਕਿਸੇ ਸੰਤਾਂ, ਮਹਾਂਪੁਰਸ਼ਾਂ, ਸੰਪਰਦਾਵਾਂ ਦਾ, ਸਮਾਜ ਸੇਵੀਆਂ ਦਾ ਕੋਈ ਘਾਟਾ ਨਹੀਂ। ਮੈਂ ਆਪਣਾ ਇਲਾਕਾ ਸੰਭਾਲੂੰਗਾ ਸਭ ਤੋਂ ਪਹਿਲਾਂ ਤਾਂ ਜੀ। ਪਰ ਇਹ ਲੁਧਿਆਣੇ ਜ਼ਿਲ੍ਹੇ ਦਾ ਪਹਿਲਾ ਘਰ ਆ। ਮੇਰੇ ਇਲਾਕੇ ਵਿੱਚ ਪਹਿਲਾਂ ਵੀ ਅਸੀਂ ਇਹੋ ਜਿਹੇ ਕਾਰਜ ਕਰ ਚੁੱਕੇ ਹਾਂ ਅਤੇ ਪਾਤਸ਼ਾਹ ਕਿਰਪਾ ਕਰਨ ਏਰੀਆ। ਬਾਕੀ ਹਾਂ, ਜੇ ਕੋਈ ਲੋੜਵੰਦ ਹੈਗਾ, ਕੋਈ ਗੁਰਦਾਸਪੁਰ ਵੀ ਬੈਠੋ, ਉੱਥੇ ਵੀ ਜਾਊਂਗੇ, ਪਰ ਉਹਦੇ ਹਾਲਾਤ ਪਤਲੇ ਹੋਣ ਤਾਂ ਜਾਊਂਗੇ ਜੀ। ਪਰ ਇਹਦੀ ਪਹਿਲ ਕਿਉਂ ਦਿੱਤੀ ਗਈ ਆ? ਵੀ ਪਰਿਵਾਰ ਗਰੀਬੀ ਰੇਖਾ ਬਹੁਤ ਜ਼ਿਆਦਾ ਸੀ, ਪਰ ਇਹ ਪਹਿਲ ਕਿਉਂ ਦਿੱਤੀ ਗਈ ਹੈ? ਇਹਨਾਂ 'ਚ ਕੋਈ ਨਸ਼ਾ ਹੀ ਨਹੀਂ ਹੈਗਾ, ਕੋਈ ਬੱਚਾ ਨਸ਼ਾ ਨਹੀਂ ਕਰਦਾ। ਗੁਰਸਿੱਖ ਫੈਮਿਲੀ ਦਾ ਨਸ਼ਾ ਨਹੀਂ। ਹਾਂ ਦੇਖੋ, ਕੋਈ ਹਿੰਦੂ ਵੀ ਹੋ ਸਕਦਾ, ਗੁਰਸਿੱਖ ਜ਼ਰੂਰੀ ਨਹੀਂ, ਕੋਈ ਮੁਸਲਮਾਨ ਵੀ ਹੋ ਸਕਦਾ, ਪਰ ਇਹਦੀ ਗੱਲ ਇਹ ਆ ਵੀ ਉਹ ਬੰਦਾ ਨਸ਼ਾ ਕਰਕੇ ਗਰੀਬ ਤਾਂ ਨਹੀਂ ਹੋਇਆ, ਉਹਨੇ ਆਪਣੇ ਆਪ ਗਰੀਬੀ ਤਾਂ ਨਹੀਂ ਪਾਈ। ਹਾਂ, ਅਸੀਂ ਇਹ ਚੀਜ਼ ਦੀ ਗੱਲ ਰੱਖਾਂਗੇ, ਭਾਵੇਂ ਕੋਈ ਵੀ ਹੋਵੇ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਆਪਾਂ ਇੱਕੋ ਹੀ ਆ ਯਾਰ। ਮੈਂ ਇੱਕ ਸਵਾਲ ਨਾਲ ਹੀ ਜੋੜ ਦਿੰਦਾ ਕਿ ਧਰਮ ਦੇ ਆਧਾਰ ਤੇ ਤੁਹਾਡਾ ਇਹ ਪੈਰਾਮੀਟਰ ਨਹੀਂ ਹੋਣਗੇ? ਸਾਡੇ ਧਰਮ ਦੇ ਆਧਾਰ ਤੇ ਕੋਈ ਪੈਰਾਮੀਟਰ ਨਹੀਂ ਹੈਗਾ। ਅਸੀਂ ਇੱਕ ਭਲਾ ਕਰਨਾ, ਉਹ ਕੋਈ ਵੀ ਹੋਵੇ, ਅਸੀਂ ਤਾਂ ਉਹਦੇ ਨਾਲ ਚੱਲਾਂਗੇ। ਸਾਡਾ ਧਰਮ ਸਤਿਕਾਰਯੋਗ ਆ, ਸਾਰੇ ਧਰਮ ਪੂਜਣਯੋਗ ਆ, ਪਰ ਅਸੀਂ ਇਹ ਕਾਰਜ ਧਰਮ ਦਾ ਪੱਖ ਲੈ ਕੇ ਨਹੀਂ ਚੱਲਾਂਗੇ। ਕੋਈ ਵੀ ਹੋ ਸਕਦਾ ਜੀ, ਸਾਡਾ ਦੁਸ਼ਮਣ ਵੀ ਕਿਉਂ ਨਾ ਹੋਵੇ, ਅਸੀਂ ਉੱਥੇ ਵੀ ਜਾਵਾਂਗੇ। ਇਹ ਕਾਰਜ ਤੁਹਾਡਾ ਕਹਿਣਾ ਕਿ ਸਮਾਜ ਸੇਵੀ ਜਥੇਬੰਦੀਆਂ ਨੂੰ ਜਾਂ ਜੋ ਸੰਤ ਸੰਪਰਦਾਇ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਹੁਣ?
ਦੇਖੋ ਬੇਨਤੀ ਆ, ਸਾਡੀਆਂ ਸਾਰੀਆਂ ਸੰਪਰਦਾਵਾਂ ਤਕਰੀਬਨ ਕਿਸਾਨ ਧਰਨੇ ਤੇ ਪਹੁੰਚ ਚੁੱਕੀਆਂ। ਹਰੇਕ ਬੰਦਾ ਉੱਥੇ ਪਹੁੰਚਿਆ ਆਪਣੀ ਹੱਥੋਂ ਮੁਤਾਬਕ, ਸਾਰੀ ਸਤਿਕਾਰਯੋਗ ਆ। ਹਾਂ, ਰੋਟੀ ਬੰਦੇ ਨੂੰ ਮਿਲ ਜਾਂਦੀ ਆ, ਕਮਾ ਲੈਂਦਾ ਬੰਦਾ, ਔਖਾ ਸੌਖਾ ਕਮਾ ਲੈਂਦਾ। ਕੱਪੜਾ ਵੀ ਬੰਦਾ ਲੈ ਵੀ ਲੈਂਦਾ, ਸਾਰ ਵੀ ਲੈਂਦਾ। ਪਰ ਇਹ ਘਰ ਜ਼ਰੂਰੀ ਆ। ਸਾਡੀਆਂ ਸੰਪਰਦਾਵਾਂ ਨੂੰ ਇੱਕੋ ਬੇਨਤੀ ਆ ਵੀ ਹੁਣ ਆਪਾਂ ਨਾ ਵੱਡੇ ਧਾਰਮਿਕ ਸਥਾਨ ਨਾ ਬਣਾਈਏ, ਆਪਾਂ ਲੋੜਵੰਦਾਂ ਤੱਕ ਇਦਾਂ ਦੀ ਸਿਰ ਢੱਕਣ ਕਰ ਦਈਏ। ਇਹੀ ਸਾਡਾ ਇੱਕ ਵਿਚਾਰ ਹੋਊਗਾ ਤੁਹਾਡੇ ਨਾਲ। ਬਹੁਤ ਮਿਹਰਬਾਨੀ। ਸੋ ਇਹਨਾਂ ਦਾ ਕਹਿਣਾ ਹੈ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਹੈ ਕਿ ਵੱਡੇ ਮੰਦਿਰ ਤੇ ਗੁਰਦੁਆਰੇ ਬਣਾਉਣ ਦੀ ਲੋੜ ਨਹੀਂ ਹੈਗੀ, ਇਹਨਾਂ ਗਰੀਬ ਲੋਕਾਂ ਦੀ ਬਾਂਹ ਫੜਨ ਦੀ ਲੋੜ ਹੈ ਜਿਨ੍ਹਾਂ ਦੇ ਸਿਰ ਤੇ ਕੁੱਲੀ ਨਹੀਂ ਹੈਗੀ। ਮਕਾਨ ਬੇਹੱਦ ਜ਼ਰੂਰੀ ਹੈ। ਜੋ ਇਨਸਾਨ ਇਸ ਦੁਨੀਆ ਤੇ ਆਉਂਦਾ, ਸਿਰ ਢੱਕਣ ਦੇ ਲਈ ਜਗ੍ਹਾ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਕੋਈ ਵੀ ਪਰਿਵਾਰ ਹੋਵੇ, ਹਰ ਤਰ੍ਹਾਂ ਦੇ ਮੌਸਮ ਆਉਂਦੇ ਨੇ, ਮਕਾਨ ਦਾ ਹੋਣਾ ਬੇਹੱਦ ਜ਼ਰੂਰੀ। ਇੱਕ ਤਸਵੀਰ ਹੋਰ ਵਿਖਾਉਣੇ, ਦੇਖ ਸਕਦੇ ਹੋ ਤੁਸੀਂ। ਇਸ ਤਰ੍ਹਾਂ ਦੀ ਕੁਝ ਤਸਵੀਰਾਂ ਹੋਰ ਵੀ ਨਾਲ ਦਿਖਾਵਾਂਗੇ। ਇਸ ਤਰ੍ਹਾਂ ਦਾ ਪਹਿਲਾਂ ਦਾ ਆਲਮ ਸੀਗਾ ਕਿ ਕਿਸ ਤਰ੍ਹਾਂ ਦਾ ਜਿਹੜਾ ਮਕਾਨ ਸੀਗਾ ਜਿਸ ਦੇ ਵਿੱਚ ਇਹ ਪਰਿਵਾਰ ਗੁਜ਼ਰ ਬਸਰ ਕਰਦਾ ਸੀਗਾ। ਕੱਪੜਾ ਟੰਕੇ ਹੀ ਪਰਦੇ ਲਾਏ ਸੀ ਇਹਨਾਂ ਨੇ। ਜਿੱਦਣ ਮੈਂ ਆਇਆ ਸੀਗਾ ਨਾ, ਉਦਣ ਇੱਕ ਬਾਥਰੂਮ, ਬੱਚੇ ਜਵਾਨ ਇਹਨਾਂ ਦੇ, ਆ ਕੱਪੜੇ ਦਾ ਪਰਦਾ ਤੁਸੀਂ ਅੱਜ ਵੀ ਟੰਗਿਆ ਦੇਖ ਸਕਦੇ ਆ ਨਾ, ਵੀ ਇਦਾਂ ਦੇ ਹਾਲਾਤ ਪਤਲੇ ਸੀਗੇ ਇਹਨਾਂ ਦੇ। ਉਹ ਹੁਣ ਤੁਸੀਂ ਦੇਖਿਆ ਤਾਂ ਫਿਰ ਮੈਨੂੰ ਇਹ ਸਟੈਪ ਪੱਟਣਾ ਪਿਆ ਜੀ। ਬਹੁਤ ਮਿਹਰਬਾਨੀ। ਬਿਲਕੁਲ, ਸਰਕਾਰਾਂ ਤੇ ਵੱਡੇ ਸਵਾਲ ਨੇ। 70 ਸਾਲ ਤੋਂ ਵੱਧ ਸਮਾਂ ਹੋ ਗਿਆ ਪਰ ਮੁੱਢਲੀਆਂ ਸਹੂਲਤਾਂ ਅੱਜ ਤੱਕ ਇਹਨਾਂ ਲੋਕਾਂ ਨੂੰ ਨਹੀਂ ਪਹੁੰਚੀਆਂ। ਸੋ ਸਮਾਜ ਸੇਵੀ ਜਥੇਬੰਦੀਆਂ ਅੱਗੇ ਆ ਰਹੀਆਂ ਨੇ। ਭਾਈ ਸੁਖਬੀਰ ਸਿੰਘ ਕੰਦੋਲੇ ਵਾਲੇ ਅੱਗੇ ਆਏ ਨੇ ਤੇ ਵਧੀਆ ਮਕਾਨ ਬਣਾ ਕੇ ਇਹਨਾਂ ਲੋਕਾਂ ਨੂੰ ਦਿੱਤਾ ਤਾਂ ਕਿ ਇਹ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਦੇ ਨਾਲ ਗੁਜ਼ਰ ਬਸਰ ਕਰ ਸਕਣ। ਕੈਮਰਾਮੈਨ ਵਰੁਣ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ।